द सिख व्यू पॉइंट ਨਾਲ ਜੁੜਨ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਸ਼ਹੀਦ ਲਫ਼ਜ਼ ਨੂੰ ਲੈ ਕੇ ਕਿ ਸ਼ਹੀਦ ਦੀ ਕੀ ਵਿਆਖਿਆ, ਸ਼ਹੀਦ ਦੀ ਕੀ ਪਰਿਭਾਸ਼ਾ ਹੈ, ਸੋਸ਼ਲ ਮੀਡੀਆ ਅੰਦਰ ਕਾਫੀ ਭਖਵੀਂ ਚਰਚਾ ਚੱਲੀ ਤੇ ਜਿਹਦੇ 'ਚ ਮੁੱਦਾ ਇਹ ਬਣਦਾ ਰਿਹਾ ਕਿ ਆਖਰਕਾਰ ਸ਼ਹੀਦ ਦੀ ਪਰਿਭਾਸ਼ਾ ਕੀ ਹੈ। ਸੋ ਉਹ ਚਰਚਾ ਸ਼ਹੀਦ ਦੀ ਪਰਿਭਾਸ਼ਾ 'ਤੇ ਆ ਕੇ ਕੇਂਦਰਿਤ ਹੋ ਗਈ। तो उस मसले बारे अज आपां कुछ पक्षां दे उत्ते चर्चा करते हैं। सो जिहड़ा सब तो पहला नुकता समझण वाला वो ये है कि की शहीद की कोई सर्व व्यापक ते सर्व प्रवानित परिभाषा हो सकती है? उहदा जवाब है कि नहीं, क्योंकि परिभाषावां कुछ चीज़ां दियां तां हो सकदियां जिन्हों असीं यूनीवर्सल कह सकते हैं। जिहड़ी चीन च भी सच है, अमरीका च भी सच है, जापान च भी सच है, तो हिंदुस्तान च भी सच हो गई। वो चीज़ां अलग होंदियां, जिवें नैचुरल साइंस है, जिहड़ी मैथ है, जोमैट्री है, फिजिक्स है, कैमिस्ट्री है, बॉटनी है, जूलॉजी है, ये जिहड़े सारे सबजैक्ट न ये परिभाषावां ते खड़े न, थ्योरमां ते खड़े न, फार्मूलियां ते खड़े न, सिद्धांतां ते खड़े न। ਜਿਹੜੇ ਪੱਕੇ ਇਹਨਾਂ ਦੇ ਕੁਛ ਨਿਯਮ ਨੇ ਜਿਹੜੇ ਯੂਨੀਵਰਸਲ ਹੈ। ਇਹ ਨਹੀਂ ਕਿ ਇੱਕ ਜਗ੍ਹਾ ਉਹ ਸੱਚੇ ਹੈ, ਦੂਜੀ ਜਗ੍ਹਾ ਜਾ ਕੇ ਝੂਠੇ ਹੋ ਜਾਣ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਕਿਤੇ ਮਨੁੱਖ ਸ਼ਾਮਲ ਨਹੀਂ। ਇਹ ਚੀਜ਼ਾਂ ਬਾਰੇ ਚਰਚਾ ਜਿਨ੍ਹਾਂ 'ਚੋਂ ਬਹੁਤੀਆਂ ਤਾਂ ਬੇਜਾਨ ਨੇ ਅਤੇ ਜੇ ਜਾਨਦਾਰ ਵੀ ਹੈ ਤਾਂ ਉਹ ਜੀਵ ਜੰਤੂ ਤਾਂ ਹੋ ਸਕਦੇ ਨੇ, ਪਰ ਉਹ ਮਨੁੱਖ ਨਹੀਂ। ਜਿੱਥੇ ਮਾਮਲਾ ਮਨੁੱਖਾਂ ਦਾ ਆਉਂਦਾ ਅਤੇ ਮਨੁੱਖੀ ਸਮੂਹਾਂ ਦਾ ਆਉਂਦਾ ਉੱਥੇ ਉਹਨਾਂ ਦੇ ਵਰਤਾਰਿਆਂ ਨੂੰ ਸਮਝਣ ਵਾਸਤੇ ਕੋਈ ਇਹੋ ਜਿਹੀ ਪਰਿਭਾਸ਼ਾ ਨਹੀਂ ਕੱਢੀ ਜਾ ਸਕਦੀ ਜਿਹਨੂੰ ਅਸੀਂ ਯੂਨੀਵਰਸਲ ਜਾਂ ਸਰਬ ਵਿਆਪਕ ਕਹਿ ਸਕੀਏ, ਜਿਹੜੀ ਸਰਬ ਪ੍ਰਵਾਨਿਤ ਹੋ ਸਕੇ। ਸੋ ਸ਼ਹੀਦ ਜਿਹੜੇ ਨੇ ਉਹ ਕਮਿਊਨਿਟੀ ਸਪੈਸੀਫਿਕ ਹੁੰਦੇ ਨੇ। ਹਰ ਕਮਿਊਨਿਟੀ ਦੇ ਵਿੱਚ, ਹਰ ਧਰਮ 'ਚ, ਹਰ ਭਾਈਚਾਰੇ 'ਚ ਸ਼ਹੀਦਾਂ ਦਾ ਜਿਹੜਾ ਸੰਕਲਪ ਹੈ, ਸ਼ਹੀਦਾਂ ਬਾਰੇ ਜੋ ਸਮਝ ਹੈ, ਸ਼ਹੀਦੀ ਦੀ ਜੋ ਪਰੰਪਰਾ ਹੈ, ਉਹ ਅਲੱਗ-ਅਲੱਗ ਹੈ। ਇੱਕ ਜਗ੍ਹਾ ਹੋਰ ਹੋ, ਦੂਜੀ ਜਗ੍ਹਾ ਹੋਰ ਹੋ। ਸੋ ਜਿੱਥੇ ਇਸ ਤਰ੍ਹਾਂ ਦੇ ਮਾਮਲੇ ਆ ਜਾਂਦੇ ਨੇ ਉੱਥੇ ਕੋਈ ਇਸ ਤਰ੍ਹਾਂ ਦੀ ਪਰਿਭਾਸ਼ਾ ਨਹੀਂ ਕੱਢੀ ਜਾ ਸਕਦੀ। ਉਦਾਹਰਨ ਦੇ ਤੌਰ 'ਤੇ ਕੁਛ ਧਰਮਾਂ 'ਚ ਜਿਹੜੀ ਜੀਵ ਹੱਤਿਆ ਹੈ ਉਹਨੂੰ ਬਹੁਤ ਵੱਡਾ ਪਾਪ ਸਮਝਿਆ ਜਾਂਦਾ ਹੈ, ਪਰ ਕੁਛ ਧਰਮਾਂ 'ਚ, ਕੁਛ ਪਰੰਪਰਾਵਾਂ 'ਚ ਉਹਨੂੰ ਧਰਮ ਦਾ ਅੰਗ ਸਮਝਿਆ ਜਾਂਦਾ ਹੈ। ਜੀਵਾਂ ਨੂੰ ਬਲੀਦਾਨ ਦਿੱਤਾ ਜਾਂਦਾ ਹੈ ਇਸ਼ਟ ਦੇ ਅੱਗੇ। ਸੋ ਉਹ ਧਾਰਮਿਕ ਵਿਸ਼ਵਾਸ ਦਾ ਹਿੱਸਾ ਬਣੇ ਹੋਏ ਨੇ। ਸੋ ਜਿਹੜੇ ਇਸ ਤਰ੍ਹਾਂ ਦੇ ਵਰਤਾਰੇ ਨੇ ਇਹਨਾਂ ਦੀ ਕੋਈ ਇਹੋ ਜਿਹੀ ਪਰਿਭਾਸ਼ਾ ਨਹੀਂ ਕੱਢੀ ਜਾ ਸਕਦੀ ਜਿਹੜੀ ਸਾਰਿਆਂ ਨੂੰ ਪ੍ਰਵਾਨ ਹੋਵੇ ਅਤੇ ਸਭ ਥਾਂ 'ਤੇ ਇੱਕੋ ਜਿਹੀ ਲਾਗੂ ਹੋਵੇ। ਇਹ ਕਮਿਊਨਿਟੀ ਸਪੈਸੀਫਿਕ ਹੈ, ਇਹ ਹਰ ਪਰੰਪਰਾ ਦੇ ਵਿੱਚ ਇਹਦਾ ਅਲੱਗ-ਅਲੱਗ ਹੈ। ਸੋ ਪਹਿਲੀ ਗੱਲ ਤਾਂ ਇਹ ਪਰਿਭਾਸ਼ਾ 'ਤੇ ਝਗੜਨਾ ਉਂਝ ਹੀ ਗਲਤ ਹੈ। ਦੂਜੀ ਗੱਲ ਜਿਹੜੀ ਸਮਝਣ ਵਾਲੀ ਉਹ ਇਹ ਹੈ ਕਿ ਜਿਹੜੀ ਸਿੱਖ ਪਰੰਪਰਾ 'ਚ ਸ਼ਹੀਦ ਦੀ ਜਿਹੜੀ ਪਰਿਭਾਸ਼ਾ ਹੈ ਉਹ ਕੀ ਹੈ, ਕਿਉਂਕਿ ਹਰ ਪਰੰਪਰਾ 'ਚ ਅਲੱਗ-ਅਲੱਗ ਹੈ। ਅਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖ ਧਰਮ ਦੁਨੀਆ ਦੇ ਕੁੱਲ ਧਰਮਾਂ 'ਚੋਂ ਨਿਆਰਾ ਧਰਮ ਹੈ, ਜੇ ਨਿਆਰਾ ਧਰਮ ਹੈ ਇਹਦੇ ਰਾਹ ਵੀ ਨਿਆਰੇ ਹੈ, ਇਹਦੇ ਪੈਗੰਬਰ ਵੀ ਨਿਆਰੇ ਸੀ ਅਤੇ ਇਹਦੇ ਹਰ ਕਰਮ ਨਿਆਰੇ ਹੀ ਹੈ। ਇੱਥੇ ਜਿਹੜੀ ਸ਼ਹਾਦਤ ਹੈ, ਸਿੱਖ ਸ਼ਹਾਦਤ, ਉਹ ਬਾਕੀ ਧਰਮਾਂ ਨਾਲੋਂ ਬਹੁਤ ਨਿਆਰੀ ਹੈ, ਕਿਉਂਕਿ ਜਿਹੜੇ ਧਰਮਾਂ ਦੇ ਸ਼ਹੀਦ ਨੇ ਉਹ ਉਸ ਧਰਮ ਦੇ ਧਰਮ ਗ੍ਰੰਥ, ਪੈਗੰਬਰ ਅਤੇ ਪੈਗੰਬਰ ਨੂੰ ਹੋਏ ਇਲਹਾਮ ਦੇ ਅਨੁਸਾਰ ਹੀ ਉਹਨਾਂ ਦਾ ਵਿਅਕਤੀਤਵ ਬਣਦਾ ਹੈ ਕਿ ਉਹਨਾਂ ਦਾ ਧਰਮ ਗ੍ਰੰਥ ਕਿਹੋ ਜਿਹਾ, ਉਹਨਾਂ ਦੇ ਪੈਗੰਬਰ ਕਿਹੋ ਜਿਹੇ ਸੀ, ਉਹਨਾਂ ਦੇ ਇਲਹਾਮ ਕਿਸ ਰੂਪ ਦੇ ਵਿੱਚ ਹੋਇਆ ਅਤੇ ਉਸ ਮੁਤਾਬਕ ਹੀ ਉਹ ਜਿਹੜੇ ਸ਼ਹੀਦ ਹੈ ਉਹਨਾਂ ਨੇ ਪੈਦਾ ਕੀਤੇ ਨੇ। ਸੋ ਹਰ ਧਰਮ ਦੇ ਵਿੱਚ ਅਲੱਗ-ਅਲੱਗ ਹੈ। ਸੋ ਸਿੱਖਾਂ ਦੇ ਵਿੱਚ ਜਿਹੜੀ ਗੱਲ ਬਾਕੀ ਸਾਰਿਆਂ ਨਾਲੋਂ ਵੱਖਰੀ ਹੈ ਕਿ ਸਿੱਖ ਸ਼ਹੀਦ ਉਹ ਹੋਊਗਾ ਜਿਹੜਾ ਗੁਰੂ ਦੇ ਰੂਹਾਨੀ ਆਦਰਸ਼ਾਂ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਕੁਰਬਾਨ ਕਰਦਾ ਹੈ। ਮੌਤਾਂ ਤਾਂ ਬਹੁਤ ਹੁੰਦੀਆਂ ਹਰ ਵਰਤਾਰੇ ਦੇ ਵਿੱਚ, ਪਰ ਸਿੱਖ ਸ਼ਹੀਦ ਦੀ ਇਹ ਵਿਸ਼ੇਸ਼ਤਾ ਅਤੇ ਵਿਲੱਖਣਤਾ ਹੈ ਕਿ ਉਹ ਗੁਰੂ ਦੇ ਰੂਹਾਨੀ ਆਦਰਸ਼ਾਂ ਦੀ ਕੀਮਤ ਦੇ ਕੇ ਨਹੀਂ ਕੁਝ ਵੀ ਕਰੂਗਾ, ਉਹਨਾਂ ਦੀ ਪਾਲਣਾ ਕਰਦਾ ਹੋਇਆ ਹੀ ਆਪਦੀ ਜਾਨ ਨਿਸ਼ਾਵਰ ਕਰੂ। ਹੁਣ ਗੁਰੂ ਦੇ ਰੂਹਾਨੀ ਆਦਰਸ਼ ਕੀ ਹੈ?
ਉਹ ਇਹ ਹੈ ਕਿ ਇੱਕ ਪਾਸੇ ਦੁਨਿਆਵੀ ਕੀਮਤਾਂ ਹੁੰਦੀਆਂ, ਇੱਕ ਪਾਸੇ ਰੂਹਾਨੀ ਕੀਮਤਾਂ। ਆਮ ਤੌਰ 'ਤੇ ਜ਼ਿੰਦਗੀ ਜਿਹੜੀ ਚੱਲਦੀ ਹੈ ਸਮਾਜਾਂ ਦੀ, ਵਿਅਕਤੀਆਂ ਦੀ, ਉਹਦੇ 'ਚ ਜਿਹੜੀਆਂ ਦੁਨੀਆਦਾਰੀ ਕੀਮਤਾਂ ਉਹਨਾਂ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈ। ਬੰਦਾ ਜਿਉਂਦਾ ਉਹਦੇ ਮੁਤਾਬਕ ਹੈ। ਹੁਣ ਦੁਨੀਆਦਾਰੀ ਕੀਮਤਾਂ ਦੇ ਵਿੱਚ ਲਾਲਚ ਵੀ ਹੈ ਅਤੇ ਲਗਾਅ ਵੀ ਹੈ, ਮੋਹ ਪਿਆਰ ਵੀ ਹੈ। ਬੰਦਾ ਆਪਦੇ ਬਾਰੇ ਸਭ ਤੋਂ ਵੱਧ ਆਪਦੇ ਆਪ ਨੂੰ ਪਿਆਰ ਕਰਦਾ ਹੈ, ਆਪਦੀ ਐਕਸਟੈਂਸ਼ਨ ਉਹਦਾ ਪਰਿਵਾਰ, ਆਪਦੇ ਪਰਿਵਾਰ ਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਉਹਦਾ ਘੇਰਾ ਵੱਧ ਸਕਦਾ ਹੈ ਉਹ ਸਵੈ ਪਿਆਰ ਹੀ। ਤੋ ਕਈ ਵਾਰ ਉਹ ਨੈਸ਼ਨਲਿਜ਼ਮ ਦੇ ਰੂਪ 'ਚ ਜਾਂ ਰਾਸ਼ਟਰਵਾਦ ਦੇ ਰੂਪ 'ਚ ਉਹ ਕਲੈਕਟਿਵ ਅਤੇ ਔਰਗੇਨਾਈਜ਼ਡ ਸੈਲਫ ਲਵ ਬਣ ਜਾਂਦਾ ਹੈ, ਪਰ ਉਹ ਉਸ ਦੀਆਂ ਹੱਦਾਂ, ਉਹ ਸਰਬੱਤ ਦੇ ਭਲੇ ਵਾਲਾ ਫਿਰ ਉਹ ਨਹੀਂ ਬਣਦਾ। ਸੋ ਇਸ ਕਰਕੇ ਜਿਹੜੀਆਂ ਦੁਨੀਆਦਾਰੀ ਕੀਮਤਾਂ ਜਾਂ ਦੁਨਿਆਵੀ ਕੀਮਤਾਂ ਉਹਦੇ ਵਿੱਚ ਡਰਦਾ ਵੀ ਆ ਬੰਦਾ, ਹਰ ਕਦਮ ਚੁੱਕਣ ਲੱਗਿਆ ਵੀ ਇਹਦੇ 'ਚ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਕਿ ਨਹੀਂ। ਆਪਾਂ ਆਮ ਦੇਖਦੇ ਹਾਂ ਸਾਰੀ ਜ਼ਿੰਦਗੀ ਬੰਦੇ ਇਸ ਤਰ੍ਹਾਂ ਹੀ ਜਿਉਂਦੇ ਨੇ, ਜਾਣ ਬੁੱਝ ਕੇ ਖਤਰਾ ਕੋਈ ਨਹੀਂ ਸੇਠਦਾ। ਐਕਸੀਡੈਂਟ 'ਚ ਕਿਤੇ ਮੌਤ ਹੋ ਜੇ ਵੱਖਰੀ ਗੱਲ ਹੈ, ਬਿਮਾਰ ਹੋ ਕੇ ਮੌਤ ਹੋ ਜੇ ਵੱਖਰੀ ਗੱਲ ਹੈ। ਜਿੱਥੇ ਤੁਸੀਂ ਚੋਣ ਕਰਨੀ ਹੈ ਮੌਤ ਦੀ, ਉੱਥੇ ਬੰਦਾ ਮਰਨ ਨਾਲੋਂ ਜਿਉਣ ਨੂੰ ਤਰਜੀਹ ਦਿੰਦਾ ਹਮੇਸ਼ਾ ਹੀ। ਸੋ ਇਹ ਦੁਨਿਆਵੀ ਕੀਮਤ ਹੈ। ਅਤੇ ਇਹ ਇਸ ਤਰ੍ਹਾਂ ਮਤਲਬ ਦੁਨਿਆਵੀ ਕੀਮਤਾਂ 'ਚ ਡਰ ਆ ਜਾਂਦਾ, ਲਾਲਚ ਆ ਜਾਂਦਾ ਅਤੇ ਸਰੀਰ ਦੀਆਂ ਜਿਹੜੀਆਂ ਅਸ਼ਲੀਲ ਤ੍ਰਿਸ਼ਨਾਵਾਂ ਵੀ ਆ ਜਾਂਦੀਆਂ, ਕਾਮ ਕ੍ਰੋਧ ਵਗੈਰਾ। ਸੋ ਇਹ ਦੁਨੀਆਦਾਰੀ ਕੀਮਤਾਂ ਬਣਦੀਆਂ ਨੇ। ਹੁਣ ਸਿੱਖਾਂ ਨੂੰ ਗੁਰੂ ਸਾਹਿਬ ਦਾ ਉਦੇਸ਼ ਹੈ ਕਿ ਤੁਸੀਂ ਹਰ ਵੇਲੇ, ਹਰ ਕਰਮ ਦੇ ਵਿੱਚ ਅਤੇ ਜ਼ਿੰਦਗੀ ਦੇ ਹਰ ਮੋੜ 'ਤੇ ਰੂਹਾਨੀ ਕੀਮਤਾਂ ਨੂੰ ਪਹਿਲ ਦੇਣੀ ਹੈ, ਦੁਨਿਆਵੀ ਕੀਮਤਾਂ ਨੂੰ। ਸੋ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਹੈ ਅਤੇ ਇਸ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਹੈ ਉਹ ਆਪਦੀ ਜਾ ਕੇ ਕੁਰਬਾਨ ਕਰਨੀ ਹੈ। ਇਹ ਇੱਕ ਵੱਡਾ ਫਰਕ ਹੈ ਕਿ ਜਿਹੜਾ ਤੁਹਾਡੀ ਆਤਮਿਕ ਉੱਚਤਾ ਹੈ ਉਹਨੂੰ ਦੁਨੀਆਦਾਰੀ ਲਾਲਸਾਵਾਂ ਦੇ ਅਧੀਨ ਕਦੇ ਵੀ ਨਹੀਂ ਆਉਣ ਦੇਣਾ। ਆਤਮਾ ਬੁਲੰਦ ਰਹਿਣੀ ਚਾਹੀਦੀ ਹੈ। ਜਿਹੜੇ ਜ਼ਿੰਦਗੀ ਦੇ ਨਫੇ ਨੁਕਸਾਨ ਹੈ ਉਹ ਤੁਹਾਡੇ ਵਾਸਤੇ ਵੱਡੀ ਗੱਲ ਨਹੀਂ ਬਣਨੇ ਚਾਹੀਦੇ। ਇਹ ਇੱਕ ਸਿੱਖ ਜਿਹੜਾ ਹੈਗਾ ਉਹਦੀ ਵਿਸ਼ੇਸ਼ਤਾ ਹੈ। ਸੋ ਰੂਹਾਨੀ ਕੀਮਤਾਂ ਨੂੰ ਪਹਿਲ ਦੇਣ ਦੇ ਅਮਲ ਦੀ ਸਿਖਰ ਜਿਹੜੀ ਹੈ ਉਹ ਸ਼ਹਾਦਤ 'ਤੇ ਜਾ ਕੇ ਹੁੰਦੀ ਹੈ। ਇਹ ਪ੍ਰੋਫੈਸਰ ਮਹਿਬੂਬ ਨੇ ਨਿਚੋੜ ਕੱਢਿਆ, ਇਹ ਉਹਦਾ ਕਥਨ ਹੈ ਕਿ ਰੂਹਾਨੀ ਕੀਮਤਾਂ ਨੂੰ ਪਹਿਲ ਦੇਣ ਦੇ ਅਮਲ ਦੀ ਜਿਹੜੀ ਸਿਖਰ ਹੈ ਉਹ ਸ਼ਹਾਦਤ 'ਤੇ ਜਾ ਕੇ ਹੁੰਦੀ ਹੈ, ਜਿੱਥੇ ਤੁਸੀਂ ਜ਼ਿੰਦਗੀ ਦੇ ਕੁੱਲ ਡਰਾਂ ਅਤੇ ਕੁੱਲ ਤ੍ਰਿਸ਼ਨਾਵਾਂ ਤੋਂ ਪੂਰਨ ਤੌਰ 'ਤੇ ਬੰਦਾ ਮੁਕਤ ਹੋ ਚੁੱਕਿਆ ਹੁੰਦਾ ਹੈ। ਇਸ ਕਰਕੇ ਮਹਿਬੂਬ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜਾ ਹੈਗੀ ਆ ਖਾਲਸੇ ਦੀ ਚੇਤਨਾ ਉਹ ਸ਼ਹਾਦਤ ਦੇ ਵਿੱਚ ਹੀ ਜਾ ਕੇ ਵੱਧ ਰੌਸ਼ਨ ਹੁੰਦੀ ਹੈ। ਇਸ ਕਰਕੇ ਸਿੱਖ ਨੂੰ ਜੰਗ ਦੇ ਅਨੁਭਵ ਵਿੱਚੋਂ ਲੰਘਣਾ ਇਹ ਬਹੁਤ ਜ਼ਰੂਰੀ ਹੈ। ਸੋ ਗੁਰੂਆਂ ਨੇ ਜੰਗਾਂ ਕਿਸੇ ਸਥਾਨਕ ਕਾਰਨਾਂ ਕਰਕੇ ਨਹੀਂ ਸੀ ਲੜੀਆਂ, ਉਹਦੇ ਪਿੱਛੇ ਕੋਈ ਵੱਡਾ, ਉਹ ਤਾਂ ਗੁਰੂ ਦੇ ਹਰ ਕਰਮ ਪਿੱਛੇ ਕੋਈ ਵੱਡੀ ਗੱਲ, ਕੋਈ ਵੱਡਾ ਉਦੇਸ਼ ਹੁੰਦਾ ਹੈ। ਅਸੀਂ ਕਈ ਵਾਰ ਉਹਨਾਂ ਨੂੰ ਜਿਵੇਂ ਆਮ ਬੰਦੇ ਦੇਖਦੇ ਨੇ ਵੀ ਇੱਥੇ ਰਾਜੇ ਨਾਲ ਆਹ ਟੱਕਰ ਹੋ ਗਈ, ਪਹਾੜੀ ਰਾਜਿਆਂ ਨਾਲ ਉਹ ਹੋ ਗਿਆ, ਉਹ ਤਾਂ ਬਹਾਨੇ ਬਣਨੇ ਹੁੰਦੇ ਆ। ਪਰ ਸਿੱਖ ਨੂੰ ਉਹਦੇ ਵਿੱਚੋਂ ਲੰਘਾਉਣਾ, ਜੰਗਾਂ ਦੇ ਅਮਲ ਦੇ ਵਿੱਚੋਂ ਅਤੇ ਵਾਰ-ਵਾਰ ਲੰਘਾਉਣਾ, ਇਹ ਸਿੱਖ ਨੂੰ, ਜੇ ਸਿੱਖ ਨੇ ਜਿਉਂਦੇ ਰਹਿਣਾ ਤਾਂ ਉਹਨੂੰ ਵਾਰ-ਵਾਰ ਜੰਗਾਂ ਦਾ ਅਨੁਭਵ ਹੰਢਾਉਣਾ ਪਊ ਅਤੇ ਸ਼ਹਾਦਤਾਂ ਦੇ ਅਮਲ 'ਚੋਂ ਲੰਘਣਾ ਪਊ। ਅਤੇ ਸ਼ਹਾਦਤਾਂ ਦੇ ਜਿਹੜੇ ਮਿੱਥ ਹੈ ਉਹ ਇਤਿਹਾਸ 'ਚ ਵੀ ਸਿਰਜਣ ਅਤੇ ਗਾਹਾਂ ਨੂੰ ਵੀ ਸਿੱਖ ਸਿਰਜਦੇ ਰਹਿਣਗੇ। ਇਹ ਸਿੱਖ ਦੀ ਵਿਸ਼ੇਸ਼ਤਾ ਹੈ ਕਿ ਸਿੱਖ ਜਦੋਂ ਸ਼ਹੀਦ ਹੁੰਦਾ ਉਦੋਂ ਉਹ ਕਿਸੇ ਛੋਟੀ ਮੋਟੀ, ਨਾ ਉਹਦੇ ਸਾਹਮਣੇ ਕੋਈ ਦੇਸ਼ ਹੈ, ਨਾ ਪਰਿਵਾਰ ਹੈ, ਨਾ ਕੋਈ ਲਾਲਚ ਹੈ ਅਤੇ ਨਾ ਕਿਸੇ ਮਜਬੂਰੀ 'ਚੋਂ ਸ਼ਹੀਦ ਨਹੀਂ ਹੁੰਦਾ, ਉਹ ਮੌਤ ਦੀ ਚੋਣ ਕਰਦਾ ਆਪਦੀ। ਸੋ ਇਸ ਕਰਕੇ ਜਿਹੜਾ ਹੈਗਾ, ਜਿਹੜੀ ਬਹਿਸ ਚੱਲੀ ਸੀ ਕਿ ਜਿਹੜੇ ਮੋਰਚੇ ਵਿੱਚ ਬੈਠੇ ਕਿਸਾਨ ਮਰ ਰਹੇ ਨੇ ਉਹਨਾਂ ਨੂੰ ਸ਼ਹੀਦ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ। ਸੋ ਉਹਦਾ ਸਹੀ ਜਵਾਬ ਤਾਂ ਇਹ ਬਣਦਾ ਕਿ ਸਿੱਖ ਨੁਕਤਾ ਨਜ਼ਰ ਤੋਂ ਉਹਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਿੱਖ ਆਪਦੇ ਗੁਰੂ ਦੇ ਰੂਹਾਨੀ ਉਦੇਸ਼ਾਂ, ਆਦਰਸ਼ਾਂ ਅਤੇ ਅਸੂਲਾਂ ਨਾਲ ਸਮਝੌਤਾ ਨਹੀਂ ਕਰੂਗਾ। ਇੰਨੀ ਕੁ ਗੱਲ ਹੈ। ਬਾਕੀ ਇਹ ਹੈ, ਜਿਵੇਂ ਧਰਮਾਂ ਦੇ ਸ਼ਹੀਦ ਨੇ, ਜਦੋਂ ਧਰਮਾਂ ਦਾ ਯੁੱਗ ਸੀ, ਜਦੋਂ ਅਜੇ ਵਿਚਾਰਧਾਰਾ ਪੈਦਾ ਨਹੀਂ ਸੀ ਹੋਈਆਂ,
ਉਦੋਂ ਜਿਹੜੇ ਸ਼ਹੀਦ ਹੁੰਦੇ ਸੀ ਉਹ ਧਰਮਾਂ ਦੇ ਹੁੰਦੇ ਸੀ। ਈਸਾਈਆਂ ਦੇ ਵਿੱਚ ਸੀ, ਇਸਲਾਮ ਦੇ ਵਿੱਚ ਸੀ, ਯਹੂਦੀਆਂ ਦੇ ਵਿੱਚ ਸੀ, ਸਿੱਖਾਂ ਦੇ ਵਿੱਚ ਸੀ। ਸੋ ਇਹ ਜਿਹੜੀ ਸ਼ਹਾਦਤ ਦੀ ਐਕਚੁਅਲੀ ਤਾਂ ਪਰੰਪਰਾ ਇਹ ਧਰਮ ਨਾਲ ਜੁੜੀ ਹੋਈ ਹੈ। ਪਰ ਜਦੋਂ ਫਿਰ 17ਵੀਂ ਸਦੀ ਤੋਂ ਬਾਅਦ ਜਾ ਕੇ ਵਿਚਾਰਧਾਰਾਵਾਂ ਪ੍ਰਗਟ ਹੋ ਗਈਆਂ, ਭਾਵੇਂ ਉਹ ਉਦਾਰ ਦਿਲ ਵਿਚਾਰਧਾਰਾ ਹੈ ਤੇ ਭਾਵੇਂ ਉਹ ਮਾਰਕਸਵਾਦੀ ਵਿਚਾਰਧਾਰਾ ਹੈ, ਭਾਵੇਂ ਉਹ ਫਾਸ਼ੀਵਾਦੀ ਹੈ, ਅਨੇਕਾਂ ਵਿਚਾਰਧਾਰਾਵਾਂ ਆਈਆਂ ਦੁਨੀਆ ਦੇ ਵਿੱਚ ਤੇ ਅਜੇ ਵੀ ਚੱਲ ਰਹੀਆਂ ਹਨ। ਸੋ ਉਦੋਂ ਇੱਕ ਨਵਾਂ ਅਮਲ ਚੱਲਿਆ ਕਿ ਬੰਦਾ ਵਿਚਾਰਧਾਰਾ ਵਾਸਤੇ ਵੀ ਸ਼ਹੀਦ ਹੁੰਦਾ, ਆਪਦੀ ਜਾਨ ਕੁਰਬਾਨ ਕਰਦਾ ਹੈ। ਸੋ ਉਹ ਵਿਚਾਰਧਾਰਾ ਦੇ ਪੈਰੋਕਾਰਾਂ ਵਾਸਤੇ ਉਹ ਸ਼ਹੀਦ ਹੈ। ਜਿਵੇਂ ਰਾਸ਼ਟਰਵਾਦੀ ਵਿਚਾਰਧਾਰਾ ਹੈ, ਸੋ ਦੇਸ਼ ਲਈ ਮਰਨਾ, ਪਹਿਲਾਂ ਸੀ ਧਰਮ ਲਈ ਮਰਨਾ, ਦੇਸ਼ ਲਈ। ਦੇਸ਼ ਤਾਂ ਕਿਤੇ ਮਾਇਨੇ ਨਹੀਂ ਸੀ ਰੱਖਦਾ ਹੁੰਦਾ। ਸੋ ਧਰਮ ਲਈ ਮਰਨ ਵਾਲੇ ਨੂੰ ਸ਼ਹੀਦ ਮੰਨਿਆ ਜਾਂਦਾ ਸੀ। ਜਦੋਂ ਫਿਰ ਇਹ ਰਾਸ਼ਟਰਵਾਦ ਦੀ ਵਿਚਾਰਧਾਰਾ ਆ ਗਈ, ਫਿਰ ਸਭ ਤੋਂ ਵੱਡਾ ਧਰਮ, ਮੈਨੂੰ ਡਿਫਾਈਨ ਵੀ ਐਂ ਕੀਤਾ ਬੰਦਿਆਂ ਨੇ, ਖਾਸ ਕਰਕੇ ਹਿੰਦੂਆਂ ਨੇ, ਕਿ ਸਭ ਤੋਂ ਵੱਡਾ ਧਰਮ ਦੇਸ਼ ਹੈ, ਦੇਸ਼ ਭਗਤੀ ਹੈ, ਦੇਸ਼ ਨਾਲ ਪ੍ਰੇਮ ਹੈ। ਸੋ ਫਿਰ ਬੰਦੇ ਦੇਸ਼ ਵਾਸਤੇ ਮਤਲਬ ਜਾਨਾਂ ਦੇਣ ਲੱਗ ਗਏ, ਉਹਨਾਂ ਨੂੰ ਵੀ ਸ਼ਹੀਦ ਕਹਿਣ ਲੱਗ ਗਏ। ਫਿਰ ਇਹ ਗੱਲ ਉਦੋਂ ਹੇਠਾਂ ਵੀ ਆ ਗਈ ਕਿ ਕੋਈ ਵੀ ਸੰਘਰਸ਼, ਭਾਵੇਂ ਆਪਦੀ ਪੈਸੇ ਧੇਲੇ ਦੀ ਲੜਾਈ ਲੜ ਰਿਹਾ, ਕੋਈ ਮੁਲਾਜ਼ਮ ਹੈ, ਕੋਈ ਆਪਣਾ ਵਰਗ ਹੈ ਸਮਾਜ ਦਾ, ਉਹ ਵੱਧ ਕੀਮਤਾਂ ਮੰਗ ਰਿਹਾ, ਆਪਦੇ ਪੈਦਾਵਾਰ ਦੀਆਂ ਜਾਂ ਆਪਦੀਆਂ ਤਨਖਾਹਾਂ ਵੱਧ ਮੰਗ ਰਿਹਾ, ਜਾਂ ਵਰਕਿੰਗ ਕੰਡੀਸ਼ਨ 'ਚ ਸੁਧਾਰ ਕਰ ਰਿਹਾ। ਆਫਟਰ ਆਲ ਇੱਕ ਚੰਗੀ ਜ਼ਿੰਦਗੀ ਦੁਨਿਆਵੀ ਅਰਥਾਂ 'ਚ ਹੀ, ਰੂਹਾਨੀ ਅਰਥਾਂ 'ਚ ਨਹੀਂ। ਸੋ ਉਦੇਸ਼ ਭਾਵੇਂ ਦੁਨਿਆਵੀ ਹੈ, ਪਰ ਉਹਦੇ ਵਾਸਤੇ ਵੀ ਤਾਂ ਸੰਘਰਸ਼ ਕਰਨਾ ਪੈਂਦਾ ਹੈ, ਅਤੇ ਉਹ ਸੰਘਰਸ਼ ਦੇ ਵਿੱਚ ਵੀ ਨਾ ਚਾਹੁੰਦਿਆਂ ਹੋਇਆਂ ਵੀ ਕੁਰਬਾਨੀਆਂ ਹੁੰਦੀਆਂ ਨੇ ਉਹਦੇ ਵਿੱਚ। ਸੋ ਫਿਰ ਮੁੜ ਕੇ ਕੁਛ ਵਿਚਾਰਧਾਰਾਵਾਂ 'ਚ ਇਹ ਤਾਕਤ ਵੀ ਹੈਗੀ ਵੀ ਉਹਦੇ 'ਚ ਵੀ ਬੰਦੇ ਆਪਦੀ ਚੋਇਸ ਨਾਲ ਸ਼ਹੀਦ ਹੁੰਦੇ ਨੇ, ਅਤੇ ਹੁੰਦੇ ਆਏ ਨੇ, ਅਤੇ ਹੁੰਦੇ ਰਹਿਣਗੇ। ਸੋ ਇਸ ਕਰਕੇ ਆਪਾਂ ਇਸ ਮਸਲੇ 'ਚ ਕਿਸੇ ਝਗੜੇ 'ਚ ਪੈਣ ਦੀ ਬਜਾਏ ਵੀ ਤੁਹਾਡੀ ਪਰੰਪਰਾ, ਜਿਵੇਂ ਗੁਰੂ ਸਾਹਿਬ ਨੇ 6ਵੇਂ ਗੁਰੂ ਨੇ ਵੀ 10ਵੇਂ ਗੁਰੂ ਨੇ ਵੀ ਕਿਹਾ ਸੀਗਾ, ਜਦੋਂ ਇਹ ਸੀ ਵੀ ਇਸਲਾਮ ਧਰਮ ਵੱਡਾ ਹੈ ਕਿ ਸਿੱਖ ਧਰਮ ਵੱਡਾ ਹੈ, ਤਾਂ ਸਿੱਧਾ ਬੜਾ ਜਵਾਬ ਸੀਗਾ, ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਵੀ ਭਾਈ ਸਾਡੀ ਤਾਂ ਸ਼ਹੀਦੀ ਦੀ ਪਰੰਪਰਾ ਆ ਹੈ, ਅਤੇ ਤੁਸੀਂ ਤੁਹਾਡੀ ਹੋਰ ਪਰੰਪਰਾ ਉਹਦੇ 'ਚ ਤੁਸੀਂ ਸ਼ਹੀਦ ਮੰਨ ਲਓ, ਪਰ ਅਸੀਂ ਸਾਡੀ ਪਰੰਪਰਾ ਮੁਤਾਬਕ ਇਹ ਸ਼ਹੀਦ ਨਹੀਂ ਬਣਦੇ। ਦੂਜੀ ਗੱਲ, ਹਰ ਵਰਗ ਦੀਆਂ ਭਾਵੇਂ ਮੌਤ ਕਿਵੇਂ ਵੀ ਹੋਈ ਹੋਵੇ, ਜਦੋਂ ਉਹਦੀਆਂ ਭਾਵਨਾਵਾਂ ਤਾਂ ਜੁੜੀਆਂ ਹੁੰਦੀਆਂ ਉਸ ਵਰਗ ਦੀਆਂ। ਇੱਕ ਲੌਸ ਤਾਂ ਹੈ ਨਾ, ਇੱਕ ਕੁਛ ਗਿਆ, ਜਾਨ ਗਈ, ਉਹ ਜਾਨ ਗਈ ਨਾਲ ਇੱਕ ਭਾਵਕ ਲਗਾਅ ਵੀ ਜੁੜ ਜਾਂਦਾ। ਇਸ ਕਰਕੇ ਇਹੋ ਜਿਹੀ ਬਹਿਸ ਤੋਂ ਗੁਰੇਜ਼ ਕਰਨਾ ਚਾਹੀਦਾ ਕਿ ਜਿਹਦੇ ਨਾਲ ਇਹ ਲੱਗੇ ਕਿ ਅਗਲੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਦੀ ਹੈ। ਝੰਡਾ ਕਿਸੇ ਦਾ ਕੋਈ ਵੀ ਹੋ ਸਕਦਾ। ਹੁਣ ਅਸੀਂ ਕਹੀਏ ਤੁਹਾਡਾ ਝੰਡਾ ਤਾਂ ਬੜਾ ਘਟੀਆ ਅਤੇ ਸਾਡਾ ਝੰਡਾ ਚੰਗਾ, ਇਹ ਨਹੀਂ। ਉਹਦੇ ਵਾਸਤੇ ਆਪਦਾ ਚੰਗਾ, ਸਾਡੇ ਵਾਸਤੇ ਆਪਦਾ ਚੰਗਾ। ਜਿਹੜੀ ਸਿੱਖ ਦੀ ਪਹੁੰਚ ਹੈ ਉਹ ਇਹ ਹੈ ਕਿ ਦੂਸਰੇ ਦੇ ਦੂਸਰੇਪਣ ਨੂੰ ਵੀ ਪ੍ਰਵਾਨ ਕਰ ਲਓ। ਇਸ ਤਰ੍ਹਾਂ ਚੱਲਿਆ ਜਾਣਾ ਚਾਹੀਦਾ। ਇੱਕ ਹੋਰ ਗੱਲ ਜਿਹੜੀ ਸਿੱਖ ਸ਼ਹੀਦ ਦੀ ਹੈ ਉਹ ਇਹ ਹੈ ਕਿ ਜਿੰਨਾ ਸਿੱਖ ਕੌਮ ਆਪਦੇ ਸ਼ਹੀਦਾਂ ਨੂੰ ਪਿਆਰ ਕਰਦੀ ਹੈ, ਮੇਰੇ ਖਿਆਲ ਇਸਲਾਮ ਤੋਂ ਬਿਨਾਂ ਹੋਰ ਕਿਤੇ ਕਿਸੇ ਧਰਮ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ। ਅਤੇ ਸਿੱਖ ਸ਼ਹੀਦ ਦੀ ਇੱਕ ਵਿਸ਼ੇਸ਼ਤਾ ਇਹ ਹੈ, ਉਂਝ ਤਾਂ ਇਹ ਇੱਕ ਵਿਸ਼ੇਸ਼ਤਾ ਤਾਂ ਸਾਰੇ ਧਰਮ ਦੇ ਸ਼ਹੀਦਾਂ ਦੀ ਹੈ, ਜਾਂ ਦੂਜੇ ਈਵਨ ਵਿਚਾਰਧਾਰਾ ਵਾਲਿਆਂ ਦੇ ਵੀ, ਉਹ ਇਤਿਹਾਸ ਸਿਰਜਦੇ ਨੇ। ਅਫਟਲ ਇੱਕ ਇਤਿਹਾਸ ਹੀ ਸਿਰਜਿਆ ਜਾ ਰਿਹਾ ਹੁੰਦਾ ਜਿਸ ਅਮਲ ਦੌਰਾਨ ਬੰਦਾ ਸ਼ਹੀਦ ਹੁੰਦਾ ਹੈ। ਪਰ ਸਿੱਖ ਸ਼ਹੀਦ ਦੀ ਜਿਹੜੀ ਹੈਗੀ ਹੈ ਨਾ ਵਿਸ਼ੇਸ਼ਤਾ, ਉਹ ਇਹ ਹੈ, ਉਹ ਇਕੱਲਾ ਇਤਿਹਾਸ ਨਹੀਂ ਸਿਰਜਦਾ, ਉਹ ਕਈ ਵਾਰ ਇਤਿਹਾਸ ਦਾ ਜਾਂ ਬਹੁਤੀ ਵਾਰੀ ਇਤਿਹਾਸ ਦਾ ਵਹਿਣ ਬਦਲ ਦਿੰਦਾ ਹੈ। ਇਹਦੀਆਂ ਤਾਂ ਸਿੱਖ ਸਾਰੇ ਇਤਿਹਾਸ 'ਚ ਅਨੇਕਾਂ ਉਦਾਹਰਨਾਂ ਪਈਆਂ। ਆ ਦੋ ਉਦਾਹਰਨਾਂ ਜਿਹੜਾ ਅਜੋਕੇ ਇਤਿਹਾਸ 'ਚੋਂ, ਉਹ 1984 ਦੀਆਂ ਸੰਤ ਜਰਨੈਲ ਸਿੰਘ ਅਤੇ ਉਹਦੇ ਜੁਝਾਰੂ ਸਾਥੀਆਂ ਨੇ ਜਿਸ ਤਰ੍ਹਾਂ ਸ਼ਹਾਦਤ ਦਿੱਤੀ, ਉਹ ਇਹ ਨਹੀਂ ਕਿ ਇਤਿਹਾਸ ਸਿਰਜਿਆ। ਇਤਿਹਾਸ ਦੀ ਇੱਕ ਇੰਨੇ ਚਿਰ ਤੋਂ ਵਗ ਰਹੇ ਬਹਿਣ ਦਾ ਬਿਲਕੁਲ ਹੀ ਮਹਾਨ ਹੀ ਬਦਲ ਕੇ ਰੱਖਤਾ। ਇੱਕ ਨਵਾਂ ਬਹਿਣ ਬਹਿਣਾ ਸ਼ੁਰੂ ਹੋ ਗਿਆ ਜਿਹੜਾ ਅਜੇ ਤੱਕ ਵੀ ਜਾਰੀ ਹੈ। ਅਤੇ ਇਹ ਗੱਲ ਇੱਥੋਂ ਦੇ ਹਾਕਮਾਂ ਨੂੰ ਬਿਲਕੁਲ ਹਜ਼ਮ ਕਰਨੀ ਬਹੁਤ ਔਖੀ ਹੋ ਰਹੀ ਹੈ। ਇਸ ਕਰਕੇ ਉਹਦੀ ਇਹ ਆਭਾ ਨੂੰ ਖਤਮ ਕਰਨ ਵਾਸਤੇ, ਧੁੰਦਲਾ ਪਾਉਣ ਵਾਸਤੇ ਉਹ ਖਫਾ ਖੂਨ ਹੋ ਰਹੇ ਨੇ ਕਿ ਕਿਸੇ ਤਰ੍ਹਾਂ ਉਹਨਾਂ ਸ਼ਹਾਦਤਾਂ ਦੀ ਅਹਿਮੀਅਤ ਨੂੰ, ਉਸ ਸ਼ਹਾਦਤਾਂ ਦੇ ਪਿੱਛੇ ਕੰਮ ਕਰਦੇ ਉਦੇਸ਼ ਨੂੰ ਲੋਕਾਂ ਦੀਆਂ ਨਜ਼ਰਾਂ 'ਚ ਬਦਨਾਮ ਕੀਤਾ ਜਾਵੇ। ਉਸ ਉਦੇਸ਼ ਤੋਂ ਅਤੇ ਉਹਨਾਂ ਸ਼ਹਾਦਤਾਂ ਤੋਂ ਉਤਸ਼ਾਹਤ ਅਤੇ ਪ੍ਰੇਰਿਤ ਹੋ ਕੇ ਜੋ ਲੜੇ ਜੂਝੇ, ਜਿਨ੍ਹਾਂ ਨੇ ਹਜ਼ਾਰਾਂ ਦੀਆਂ ਗਿਣਤੀਆਂ 'ਚ ਆਪਦੀ ਜ਼ਿੰਦਗੀ ਕੁਰਬਾਨ ਕਰਤੀ, ਉਹ ਸਾਰੀ ਲਹਿਰ ਨੂੰ
ਇੱਕ ਬਦਨਾਮੀ ਦੇ ਹਨੇਰੇ ਵਿੱਚ ਧੱਕ ਦਿੱਤਾ ਜਾਵੇ ਤਾਂ ਕਿ ਸਿੱਖ ਮੁੜ ਕੇ ਉੱਥੋਂ ਕੋਈ ਪ੍ਰੇਰਨਾ ਨਾ ਲੈ ਸਕਣ। ਸੋ ਇਹ ਗੱਲ ਇੱਥੋਂ ਸਾਨੂੰ ਜ਼ਰੂਰ ਮਤਲਬ ਰੱਖਣੀ ਚਾਹੀਦੀ ਹੈ ਕਿ ਜਿਹੜਾ ਇਤਿਹਾਸ ਦਾ ਬਹਿਣ ਬਦਲਣ ਦਾ, ਸੋ ਇੱਕ ਤਾਂ 84 ਵਾਲੀ ਉਦਾਹਰਨ ਹੈ, ਦੂਜੀ ਉਦਾਹਰਨ ਜਿਹੜੀ ਉਦੋਂ ਜਾ ਕੇ ਹੈਗੀ ਰੀਸੈਂਟਲੀ ਇੱਕ ਉਸ ਤੋਂ ਕਿਸੇ ਇੱਕ ਵੱਖਰੇ ਰੂਪ ਦੇ ਵਿੱਚ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਉਦਾਹਰਨ ਹੈ ਕਿ ਉਸ ਨੇ ਜ਼ੁਲਮ ਨੂੰ ਇਹ ਮਿੱਥ ਕੇ ਕਿ ਜੋ ਚੱਲ ਰਿਹਾ ਜਿਹੜਾ ਭਾਰਤੀ ਜਮਹੂਰੀਅਤ ਦਾ ਜਿਹੜਾ ਦੰਭ ਹੈ, ਕਿਉਂਕਿ ਤੁਸੀਂ ਜਿਹੜੀ ਉਹਦੀ ਸਪੀਚ ਹੈ ਨਾ ਜੋ 10 ਅਪ੍ਰੈਲ 1995 ਨੂੰ ਆਪਣਾ ਟੋਰਾਂਟੋ ਦੇ ਵਿੱਚ ਗੁਰਦੁਆਰੇ ਵਿੱਚ ਦਿੱਤੀ, ਡਿਕਸੀ ਗੁਰੂ ਘਰ ਦੇ ਵਿੱਚ, ਉਹ ਸਪੀਚ ਜਿਹੜੀ ਆ ਉਹ ਆਈਕੋਨਿਕ ਸਪੀਚ ਹੈ, ਉਹ ਕੋਈ ਸਧਾਰਨ ਸਪੀਚ ਨਹੀਂ। ਉਸ ਸਪੀਚ 'ਚ ਉਹਨੇ ਮਤਲਬ ਦੱਸਿਆ ਕਿ ਇਹ ਸਾਨੂੰ ਅੱਤਵਾਦੀ ਕਹਿੰਦੇ ਨੇ ਅਤੇ ਆਪਦੇ ਆਪ ਨੂੰ ਸੱਤਵਾਦੀ। ਮੈਂ ਇਹਨਾਂ ਦਾ ਇਹ ਦੰਭ ਅਤੇ ਝੂਠ ਨੰਗਾ ਕਰਨਾ ਹੈ। ਉਹ ਸਾਰੀ ਦੁਨੀਆ ਦੀ ਕੌਮਾਂਤਰੀ ਕਚਹਿਰੀ 'ਚ ਉਹਨੇ ਉਹ ਝੂਠ ਨੰਗਾ ਕਰਤਾ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਜ਼ੁਲਮਾਂ ਦਾ ਚੱਲ ਰਿਹਾ ਸਿਲਸਿਲਾ ਸੀ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਉੱਤੇ, ਉਹਨੂੰ ਇੱਕ ਠੱਲ ਪਾਈ। ਇੱਕ ਨਵਾਂ ਮਤਲਬ ਇਹ ਕਹਿ ਲਓ ਕਿ ਉਸ ਨੇ ਇੱਕ ਨਵਾਂ ਮੋੜ ਕੱਟਿਆ। ਉਦੋਂ ਬਾਅਦ ਇਤਿਹਾਸ ਨੇ, ਸਟਰਗਲ ਨੇ ਵੀ, ਸੰਘਰਸ਼ ਨੇ ਵੀ ਇੱਕ ਨਵਾਂ ਰੂਪ ਅਤੇ ਨਵੀਂ ਦਿਸ਼ਾ ਜੀ ਇਖਤਿਆਰ ਕੀਤੀ ਹੈ। ਸੋ ਇੱਕ ਤਾਂ ਉਹਦੀ ਉਹ ਜਿਹੜੀ ਹੈਗੀ ਆ ਉਹ ਸਪੀਚ 10 ਅਪ੍ਰੈਲ ਵਾਲੀ ਜਸਵੰਤ ਸਿੰਘ ਖਾਲੜਾ ਦੀ, ਦੂਜੀ ਜਿੰਦੇ ਅਤੇ ਸੁੱਖੇ ਦੀ ਨੇ ਜਿਹੜੀ ਚਿੱਠੀ ਲਿਖੀ ਆਪਦੀ ਸ਼ਹਾਦਤ ਤੋਂ ਪਹਿਲਾਂ, ਫਾਂਸੀ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ। ਉਹ ਇਤਿਹਾਸਕ, ਜਿਵੇਂ ਉਹਦੀ ਉਹ ਸਪੀਚ ਇਤਿਹਾਸਕ ਹੈ, ਉਵੇਂ ਜਿਹੜੀ ਇਹ ਚਿੱਠੀ ਹੈ ਇਹ ਇਤਿਹਾਸਕ ਹੈ। ਇਸ ਚਿੱਠੀ ਤੋਂ ਜਿਹੜੇ ਜ਼ਾਲਮ ਹੈ ਭਾਰਤ ਦੇ ਹਾਕਮ, ਉਹ ਥਰ ਥਰ ਕੰਬਦੇ ਹੀ ਰਹਿਣਗੇ। ਭਾਵੇਂ ਉਹਨਾਂ ਨੇ ਉਹਨਾਂ ਸਿੰਘਾਂ ਨੂੰ ਸ਼ਹੀਦ ਕਰਤਾ, ਉਹਨਾਂ ਦੇ ਸਰੀਰ ਖਤਮ ਕਰਤੇ, ਪਰ ਉਹ ਜਿਹੜੀ ਚਿੱਠੀ ਹੈ ਉਹਦਾ ਭੂਤ ਉਹਨਾਂ ਨੂੰ ਹਰ ਵੇਲੇ ਡਰਾਉਂਦਾ ਰਹੂ ਅਤੇ ਸਿੱਖਾਂ ਦੇ ਵਿੱਚ ਉਹ ਪ੍ਰੇਰਨਾ ਜਗਾਉਂਦਾ ਰਹੂ। ਸੋ ਜਿਵੇਂ ਉਹ ਖਾਲੜੇ ਦੀ ਸਪੀਚ ਆਈਕੋਨਿਕ ਹੈ, ਉਵੇਂ ਜਿਵੇਂ ਜਿਹੜੀ ਇਹ ਚਿੱਠੀ ਹੈ ਇਹ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਨਿਵੇਕਲੀ ਅਤੇ ਗੌਰਵਸ਼ਾਲੀ ਦਸਤਾਵੇਜ਼ ਬਣ ਚੁੱਕੀ ਹੈ। ਸੋ ਇਸ ਤਰ੍ਹਾਂ ਜਿਹੜੇ ਸ਼ਹੀਦ ਨੇ ਉਹ ਸ਼ਹਾਦਤਾਂ ਰਚਦੇ ਨੇ। ਇੱਕ ਹੋਰ ਗੱਲ ਜਿਹੜੀ ਸਿੱਖ ਸ਼ਹੀਦਾਂ ਦੀ ਹੈ ਕਿ ਉਹ ਅਜਿਹੀ ਪ੍ਰੇਰਨਾ ਜਗਾਉਂਦੇ ਆ ਸਿੱਖਾਂ 'ਚ ਕਿ ਸਿੱਖਾਂ ਦੇ ਅੰਦਰ ਇੱਕ ਚਾਹ ਅਤੇ ਇੱਕ ਆਰਜ਼ੂ ਪੈਦਾ ਹੁੰਦੀ ਹੈ ਕਿ ਅਸੀਂ ਵੀ ਉਹਨਾਂ ਵਰਗੇ ਬਣੀਏ, ਉਹਨਾਂ ਦੇ ਰਾਹ 'ਤੇ ਚੱਲੀਏ, ਉਹਨਾਂ ਵਾਂਗੂ ਹੀ ਸ਼ਹੀਦ ਹੋਈਏ। ਇਹ ਜਜ਼ਬਾ ਜਗਾ ਦੇਣਾ, ਇਹ ਤਾਣ ਆਮ ਪਰੰਪਰਾ 'ਚ ਹੋਰਨਾਂ ਸ਼ਹੀਦਾਂ 'ਚ ਨਹੀਂ। ਮੇਰਾ ਖਿਆਲ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਜਿਹੜੇ ਕਿਸਾਨ ਉੱਥੇ ਬੈਠੇ ਸਿੰਘੂ ਮੋਰਚੇ 'ਚ ਕਿਸੇ ਵੀ ਕਾਰਨ ਕਰਕੇ ਬਿਮਾਰ ਹੋ ਕੇ ਜਾਂ ਕਿਵੇਂ ਵੀ ਉਹ ਜਿਹੜੇ ਆਪਦੀਆਂ ਜਾਨਾਂ ਮਤਲਬ ਕਹਿ ਲਓ ਉਹਨਾਂ ਦੀਆਂ ਚਲੀਆਂ ਜਾ ਰਹੀਆਂ ਹਨ, ਉਹ ਇਸ ਤਰ੍ਹਾਂ ਦਾ ਕੋਈ ਪ੍ਰੇਰਨਾ ਜਗਾ ਸਕਣ ਲੋਕਾਂ 'ਚ ਵੀ ਯਾਰ ਅਸੀਂ ਵੀ ਉਹਨਾਂ ਵਾਂਗੂ ਹੀ ਬਣੀਏ। ਐਡਾ ਤਾਣ ਉਹ ਆਪਾਂ ਮੰਨ ਕੇ ਚੱਲੀਏ ਤੱਥ, ਉਹਨਾਂ ਸ਼ਹਾਦਤਾਂ 'ਚ ਓਡਾ ਤਾਣ ਨਹੀਂ। ਪ੍ਰੋਫੈਸਰ ਗੁਰਤਰਨ ਸਿੰਘ ਨੇ ਇੱਕ ਥਾਂ ਕਹੀ ਸੀ ਗੱਲ ਕਿ ਰੱਬ ਤਾਂ ਸਾਰੇ ਧਰਮਾਂ 'ਚ ਹੈ, ਹਿੰਦੂਆਂ ਦਾ ਵੀ ਰੱਬ ਹੈ, ਸਿੱਖਾਂ ਦਾ ਵੀ ਹੈ, ਇਸਲਾਮ ਦਾ ਵੀ ਹੈ, ਯਹੂਦੀਆਂ ਦਾ ਵੀ ਹੈ, ਪਰ ਰੱਬ ਦਾ ਜਿਹੜਾ ਸੰਕਲਪ ਹੈ ਨਾ ਉਹ ਬੜਾ ਫਰਕ ਹੈ। ਹਰ ਇੱਕ ਦਾ ਕਿਸੇ ਦਾ ਕਿਹਾ ਜਾ। ਹੁਣ ਉਹ ਕਹਿੰਦਾ ਵੀ ਇੱਕ ਪੱਥਰ ਨੂੰ ਤੁਸੀਂ ਰੱਖ ਕੇ ਉਹਨੂੰ ਰੱਬ ਮੰਨ ਲਿਆ, ਤੁਹਾਡੇ ਵਾਸਤੇ ਤਾਂ ਉਹ ਰੱਬ ਹੈ। ਉਹਦੇ ਵਾਸਤੇ ਉਹਨੇ ਇੱਕ ਟਰਮ ਵਰਤੀ ਸੀ, ਪਰ ਕਹਿੰਦਾ ਉਹ ਬੜਾ ਲਿੱਸਾ ਜਿਹਾ ਰੱਬ ਹੈ। ਸੋ ਇਸੇ ਤਰ੍ਹਾਂ ਕੁਛ ਸ਼ਹਾਦਤਾਂ ਓਡਾ ਤਾਣ ਨਹੀਂ ਹੋਊਗਾ। ਜੇ ਉਹ ਕਹਿੰਦੇ ਨੇ ਉਹ ਸ਼ਹਾਦਤਾਂ ਤਾਂ ਕੋਈ ਗੱਲ ਨਹੀਂ, ਇਸ ਗੱਲ ਦੇ ਵਿੱਚ ਸਾਨੂੰ ਝਗੜਨਾ ਨਹੀਂ ਚਾਹੀਦਾ। ਸੋ ਇਹ ਤਾਂ ਜਿਹੜੀ ਗੱਲ ਹੈਗੀ ਹੈ ਜਿਹੜੀਆਂ ਸ਼ਹਾਦਤਾਂ ਬਾਰੇ ਕਿ ਸਾਨੂੰ ਇਸ ਨੂੰ ਕਿਵੇਂ ਦੇਖਣਾ ਚਾਹੀਦਾ ਅਤੇ ਇਹਦੇ ਵਿੱਚ ਸਾਨੂੰ ਕਿਸੇ ਬੇਲੋੜੀ ਅਤੇ ਬੇਮੌਕਾ ਵਿਵਾਦ ਦੇ ਵਿੱਚ ਨਹੀਂ ਉਲਝਣਾ ਚਾਹੀਦਾ। ਗਾਹਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ। ਇਹ ਸਾਨੂੰ ਆਪਦਾ ਸੁਭਾਅ ਨਹੀਂ ਬੁਲਾ ਲੈਣਾ ਚਾਹੀਦਾ ਕਿ ਮਾੜੀ ਜੀ ਗੱਲ ਉੱਠੀ ਉਹਦੇ 'ਚ ਵਿਵਾਦ 'ਚੋਂ, ਕਿਉਂਕਿ ਇਹਦੇ ਨਾਲ ਤੁਹਾਡੀ ਜਿਹੜੀ ਇਕਾਗਰਤਾ, ਸੁਰਤ ਹੈ ਜਿਹੜੀ ਉਹ ਆਪਦੇ ਅਸਲੀ ਨਿਸ਼ਾਨੇ ਤੋਂ, ਆਪਦੇ ਆਦਰਸ਼ ਤੋਂ ਕਿਤੇ ਪਾਸੇ ਭਟਕਦੀ ਹੈ ਅਤੇ ਤੁਹਾਡੀ ਜਿਹੜੀ ਆਤਮਾ ਦੇ ਉੱਤੇ ਵੀ ਇਹਦਾ ਕਿਤੇ ਨਾ ਕਿਤੇ ਅਸਰ ਪੈਂਦਾ ਜਾ ਕੇ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ। ਬਸ ਸ਼ਹਾਦਤ ਬਾਰੇ ਤਾਂ ਮੇਰਾ ਖਿਆਲ ਹੈ ਕਿ
ਇੰਨੀ ਕੀ ਗੱਲ ਮੈਂ ਕਰਨੀ ਸੀ। ਹੁਣ ਇੱਕ ਛੋਟੀ ਜੀ ਹੋਰ ਬੇਨਤੀ ਹੈ ਕਿ ਬਹੁਤ ਸਾਰੇ ਕਮੈਂਟਾਂ ਦੇ ਵਿੱਚ ਵੀ ਸੁਨੇਹਿਆਂ ਦੇ ਵਿੱਚ ਵੀ ਬੜੀ ਮੰਗ ਹੋ ਰਹੀ ਹੈ ਕਿ ਇਸ ਮਸਲੇ ਵਿਸ਼ੇ ਬਾਰੇ ਵੀ ਗੱਲ ਕਰੋ, ਇਸ ਵਿਸ਼ੇ ਬਾਰੇ ਵੀ। ਨੈਚੁਰਲੀ ਹੈ, ਕਿਸੇ ਨੂੰ ਕੋਈ ਵਿਸ਼ਾ ਅਹਿਮ ਲੱਗਦਾ, ਕਿਸੇ ਨੂੰ ਕੋਈ ਵਿਸ਼ਾ ਅਹਿਮ ਲੱਗਦਾ। ਸੋ ਇਹ ਸਾਰੇ ਜੋ ਵਿਚਾਰ ਸਿਰ ਮੱਥੇ ਨੇ, ਭਾਵਨਾਵਾਂ ਜੋ ਇਹਨਾਂ ਪਿੱਛੇ ਖੜੀਆਂ ਉਹ ਵੀ ਸਿਰ ਮੱਥੇ ਨੇ। ਪਰ ਇੱਕ ਗੱਲ ਅਸੀਂ ਸਪਸ਼ਟ ਕਰ ਦਈਏ, ਅਸੀਂ ਤੋਂ ਮੈਂ ਤਾਂ ਕਹਿ ਰਿਹਾ ਕਿ ਜੋ ਸਾਰਾ ਇਹ ਕਾਰਜ ਚੱਲ ਰਿਹਾ ਇਹ ਠੀਕ ਹੈ ਕਿ ਇਹਦੇ 'ਚ ਬੋਲ ਮੈਂ ਰਿਹਾ, ਪਰ ਇਹ ਇੱਕ ਟੀਮ ਦਾ ਕਾਰਜ ਹੈ। ਇਹ ਇੱਕ ਟੀਮ ਦੇ ਤੋਂ ਬਿਨਾਂ ਇਹੋ ਜਿਹਾ ਕਾਰਜ ਹੁੰਦਾ ਨਹੀਂ ਹੁੰਦਾ। ਇਸ ਟੀਮ 'ਚ ਬਹੁਤ ਸਾਰੇ ਸ਼ਾਮਲ ਨੇ ਬੰਦੇ। ਮੈਂ ਤੇ ਮੇਹਰ ਸਿੰਘ ਸਕਰੀਨ ਤੇ ਆ ਜਾਂਦੇ ਹਾਂ, ਬਾਕੀ ਸਕਰੀਨ ਤੋਂ ਪਰਦੇ ਤੋਂ ਪਿੱਛੇ ਰਹਿ ਕੇ ਬਹੁਤ ਕੁਝ ਵਿਚਾਰਨਾ ਹੁੰਦਾ। ਕਿਹੜੇ ਵਿਸ਼ੇ ਤੇ ਗੱਲ ਕਰੀਏ, ਕਿਸ ਤਰ੍ਹਾਂ ਗੱਲ ਕਰੀਏ, ਕਿਹੜੀ ਗੱਲ ਨੂੰ ਅਸੀਂ ਅਵੋਇਡ ਕਰਨਾ ਹੈ, ਕਿਵੇਂ ਦੇ ਚੱਲਣਾ ਹੈ, ਕਿਹੜਾ ਮਿਆਰ ਰੱਖਣਾ ਹੈ। ਇਹ ਸਾਰੀਆਂ ਗੱਲਾਂ ਇਹ ਦੇਸ਼ ਵਿਦੇਸ਼ 'ਚ ਬੈਠੇ ਬਹੁਤ ਸਾਰੇ ਸਾਡੇ ਜਿਹੜੇ ਹੈਗੇ ਨੇ ਦੋਸਤ ਰਲ ਮਿਲ ਕੇ ਅਸੀਂ ਇਸ ਪ੍ਰੋਜੈਕਟ ਨੂੰ ਅੱਗੇ ਚਲਾ ਰਹੇ ਹਾਂ। ਇਸ ਕਰਕੇ ਵਿਸ਼ਿਆਂ ਦੀ ਚੋਣ ਤੁਸੀਂ ਆਪਦੇ ਸੁਝਾਅ ਜ਼ਰੂਰ ਦੇਈ ਚੱਲੋ। ਉਹ ਸੁਝਾਵਾਂ ਲਈ ਧੰਨਵਾਦ ਵੀ ਹੈ ਅਤੇ ਸਾਨੂੰ ਸਾਰੇ ਸਿਰ ਮੱਥੇ ਵੀ ਨੇ। ਪਰ ਵਿਸ਼ਿਆਂ ਦੀ ਚੋਣ ਅਸੀਂ ਬਹੁਤ ਪੱਖ ਵਿਚਾਰ ਕੇ ਕਰਦੇ ਹਾਂ। ਅਸੀਂ ਇਹ ਕਿਤੇ ਵੀ ਨਹੀਂ ਹੋਣ ਦੇਵਾਂਗੇ। ਚਲੋ ਇਹ ਤਾਂ ਸਾਡੇ ਸੁਨੇਹੀਆਂ ਦੀਆਂ, ਸੁਚਿੰਤਕਾਂ ਦੀਆਂ ਆਪਣੀਆਂ ਭਾਵਨਾਵਾਂ ਜਾਂ ਸੁਝਾਅ ਨੇ, ਉਹ ਤਾਂ ਗੱਲ ਵੱਖਰੀ ਹੈ। ਵਿਰੋਧੀਆਂ ਵੱਲੋਂ ਵੀ ਇਹੋ ਜਿਹੀ ਹਾਲਤ ਪੈਦਾ ਕੀਤੀ ਜਾਊ, ਉਹ ਭੜਕਾਹਟ 'ਚ ਲਿਆ ਕੇ ਵੀ ਸਾਨੂੰ ਆਪਦੇ ਵਿਸ਼ੇ ਵੀ ਉਹ ਤੈਅ ਕਰਨ ਵੀ ਇਸ ਬਾਰੇ ਗੱਲ ਕਰੋ। ਇਹ ਅਸੀਂ ਕਦਾਚਿਤ ਵੀ ਨਹੀਂ ਹੋਣ ਦਿਆਂਗੇ। ਅਸੀਂ ਸਾਡੇ ਕੋਲ ਵਿਸ਼ਿਆਂ ਦੀ ਇੱਕ ਪੂਰੀ ਸੂਚੀ ਹੈਗੀ ਹੈ। ਅਤੇ ਇੰਨੀ ਕੁ ਗੱਲ ਮੈਂ ਦੱਸ ਦੇਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਛੇਤੀ ਅਸੀਂ ਜਿਹੜੀਆਂ ਅੰਗਰੇਜ਼ਾਂ ਨਾਲ ਹੋਈਆਂ ਸਿੱਖ ਜੰਗਾਂ ਸੀ, ਆਪਾਂ ਨੂੰ ਪਤਾ ਨਹੀਂ ਪੂਰਾ, ਕੁਛ ਕੁ ਜੰਗਾਂ ਦਾ ਹੀ ਪਤਾ ਕਿ ਇੱਥੇ ਹੋਈਆਂ। ਉਹ ਜੰਗਾਂ ਛੋਟੀਆਂ ਨਹੀਂ ਸੀ। ਦਸੰਬਰ 45 ਤੋਂ ਸ਼ੁਰੂ ਹੋ ਕੇ 49 ਤੱਕ ਉਹ 8-9 ਜੰਗਾਂ ਹੋਈਆਂ, ਅੱਡ-ਅੱਡ ਥਾਵਾਂ 'ਤੇ ਹੋਈਆਂ। ਅਤੇ ਹਰ ਜੰਗ ਦੀ ਜਿਹੜੀ ਕਹਾਣੀ ਹੈ ਉਹ ਆਪਦੇ ਆਪ 'ਚ ਸਿੱਖਾਂ ਦੀ ਬਹਾਦਰੀ ਅਤੇ ਸਿੱਖ ਜਰਨੈਲ ਜਿਹੜੇ ਕੁਛ ਉਹਨਾਂ ਦੀ ਗਦਾਰੀ ਦੀ ਅਜਿਹੀ ਕਹਾਣੀ ਹੈ ਕਿ ਉਹ ਸਾਰਿਆਂ ਸਾਹਮਣੇ ਅਸੀਂ ਜਿਵੇਂ ਜੂਨ 84 ਦੇ ਵਿੱਚ ਲੈ ਕੇ ਆਏ ਸੀ ਨਾ, ਕਿ ਸਾਰੇ ਉਹ ਵਰਤਾਰੇ ਦੀ ਲੜੀਵਾਰ ਵਿਆਖਿਆ ਕੀਤੀ ਸੀਗੀ ਅਤੇ ਕਿੰਨੇ ਬੰਦਿਆਂ ਨੂੰ ਪੱਖ ਸਪਸ਼ਟ ਹੋਏ। ਹੁਣ ਅਸੀਂ ਉਹ ਜੰਗਾਂ ਜਿਹੜੀਆਂ ਹੋਈਆਂ ਸਾਰੀਆਂ, ਮਤਲਬ ਫਿਰੋਜ਼ ਸ਼ਾਹ ਤੋਂ ਲੈ ਕੇ ਗੁਜਰਾਤ ਦੀ ਜੰਗ ਤੱਕ, ਉਹ ਸਾਰੀਆਂ ਜੰਗਾਂ ਦਾ ਵਿਸਥਾਰ ਦੇ ਵਿੱਚ ਬਿਰਤਾਂਤ ਲੜੀਵਾਰ ਲੈ ਕੇ ਆਵਾਂਗੇ। ਜਿੰਨੇ ਮਰਜ਼ੀ ਉਹਦੇ ਐਪੀਸੋਡ ਬਣ ਜਾਣ, ਕਿਉਂਕਿ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਦੇ ਇਤਿਹਾਸ ਤੋਂ, ਆਪਦੇ ਵਿਰਸੇ ਤੋਂ ਅਤੇ ਆਪਦੀਆਂ ਜਿਹੜੀਆਂ ਉਤਸ਼ਾਹ ਵਧਾਉਣ ਵਾਲੀਆਂ ਰਵਾਇਤਾਂ ਨੇ ਉਹਨਾਂ ਤੋਂ ਸਾਨੂੰ ਰੌਸ਼ਨੀ ਵੀ ਮਿਲੇ ਅਤੇ ਇੱਕ ਬਲ ਵੀ ਮਿਲੇ। ਅਤੇ ਜਿਹੜੇ ਰੋਗੀ ਰੁਝਾਨ ਚੱਲ ਰਹੇ ਨੇ ਕਿ ਪਿਛਲੀਆਂ ਸਾਰੀਆਂ ਗੱਲਾਂ ਛੰਕ ਕੇ ਉਠਾ ਦਿਓ, ਬਦਨਾਮ ਕਰਨਾ ਸ਼ੁਰੂ ਕਰ ਦਿਓ, ਉਹਨਾਂ ਨੂੰ ਅਸੀਂ ਤੁਹਾਡੇ 'ਚ ਇੰਨਾ ਆਤਮਿਕ ਬਲ ਆ ਜੇ ਕਿ ਉਹਨਾਂ ਦੀ ਕੋਈ ਪਰਵਾਹ ਨਾ ਕਰੋ। ਜਿਹਨੇ ਬੋਲਣਾ ਬੋਲੀ ਜਾਵੇ, ਉਹਨਾਂ ਨੂੰ ਆਪਦਾ ਵੀ ਸ਼ੌਕ ਪੂਰਾ ਕਰ ਲੈਣ ਦਿਓ। ਅਸੀਂ ਕਿਸੇ ਵਿਰੋਧੀ ਦੀ ਭੜਕਾਹਟ ਜਾਂ ਉਹ ਸਾਡੇ ਏਜੰਡੇ ਅਤੇ ਸਾਡੇ ਵਿਸ਼ੇ ਤੈਅ ਨਹੀਂ ਕਰ ਸਕਣਗੇ। ਤਾਂ ਇੱਕ ਤਾਂ ਸਾਡੇ ਕੋਲ ਇਹ ਅਸੀਂ ਲੈ ਕੇ ਆ ਰਹੇ ਹਾਂ। ਦੂਜੀ ਗੱਲ, ਮੈਂ ਹੁਣ ਕੁਛ ਲਿਖਤਾਂ ਦੇਖੀਆਂ ਕੁਛ ਸਿਆਣੇ ਅਤੇ ਸੁਹਿਰਦ ਬੰਦਿਆਂ ਦੀਆਂ, ਜਿਹੜੇ ਬੜੇ ਚਿੰਤਤ ਨੇ ਯਾਰ, ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਅਤੇ ਕਾਮਰੇਡਾਂ ਦੇ ਵਿੱਚ ਟਕਰਾਅ ਪੈਦਾ ਹੋ ਰਿਹਾ, ਇਹ ਭਾਰਤੀ ਸਟੇਟ ਦੇ ਪੱਖ 'ਚ ਭੁਗਤ ਰਿਹਾ ਹੈ। ਇਹਨੂੰ ਇਸ ਰੁਝਾਨ ਨੂੰ ਕਿਸ ਤਰ੍ਹਾਂ ਠੱਲ ਪਾਈ ਜਾ ਸਕੇ। ਜ਼ਰੂਰ ਠੱਲ ਪੈਣੀ ਚਾਹੀਦੀ ਹੈ, ਪਰ ਉਹ ਠੱਲ ਕਿਉਂ ਨਹੀਂ ਪੈ ਰਹੀ ਉਹਦੇ ਤੁਹਾਨੂੰ ਕਾਰਨਾਂ ਦਾ ਪਤਾ ਹੋਣਾ ਚਾਹੀਦਾ। ਇਹ ਖੇਡ ਵੱਡੀ ਹੈ, ਇਹਦੇ ਪਿੱਛੇ ਬਹੁਤ ਵੱਡੇ ਫੈਕਟਰ ਨੇ। ਇਸ ਕਰਕੇ ਮੈਂ ਪਹਿਲਾਂ ਵੀ 2-3 ਵਾਰ ਕਹਿ ਚੁੱਕਿਆ ਕਿ ਜਿਹੜੇ ਕਾਮਰੇਡ ਆ, ਜਿਹੜੇ ਕਮਿਊਨਿਸਟ ਹੈ, ਉਹਨਾਂ ਦਾ ਸਿਧਾਂਤ ਕੀ ਹੈ, ਵਿਚਾਰਧਾਰਾ ਕੀ ਹੈ, ਉਹਨਾਂ ਦੀ ਰਾਜਨੀਤੀ ਕੀ ਹੈ, ਉਹਨਾਂ ਦੀ ਮਾਨਸਿਕਤਾ ਕੀ ਹੈ, ਅਤੇ ਇੱਥੇ ਸਾਰਾ ਵਿਕਾਸ ਕਿਵੇਂ ਹੋਇਆ, ਇੱਕ ਲੰਮਾ ਸਿਲਸਿਲਾ ਹੈ ਇਹ। ਸੋ ਇਸ ਕਰਕੇ ਹੁਣ ਸਾਡੇ ਸਾਹਮਣੇ ਇੱਕ ਲਗਾਤਾਰ ਖੜੀ ਰਹਿਣੀ ਸਮੱਸਿਆ ਹੈ। ਇਹਨੂੰ ਅਸੀਂ ਕਿਵੇਂ ਇੱਕ ਸਲੀਕੇ ਅਤੇ ਸਹੀ ਢੰਗ ਨਾਲ, ਸਿਆਣ ਭਰੇ ਢੰਗ ਨਾਲ ਇਹਦੇ ਨਾਲ ਅਸੀਂ ਇਹਦੇ ਨਾਲ ਨਜਿੱਠ ਸਕੀਏ, ਉਹਦੇ ਵਾਸਤੇ ਤੁਹਾਨੂੰ ਉਸਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸੋ ਆਉਣ ਵਾਲੇ ਸਮੇਂ 'ਚ ਅਸੀਂ ਉਹਦੇ ਬਾਰੇ ਇੱਕ ਲੜੀਵਾਰ ਵਿਆਖਿਆ ਉਹਦੇ ਬਾਰੇ ਵੀ ਆਪਾਂ ਸਾਹਮਣੇ ਲੈ ਕੇ ਆਵਾਂਗੇ। ਤੀਜਾ ਜਿਹੜਾ ਅੱਜ, ਬਾਕੀ ਤਾਂ ਬਹੁਤ ਨੇ, ਪਰ ਜਿਹੜਾ ਮਹੱਤਵਪੂਰਨ ਹੈ ਕਿ ਨਵੰਬਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ, ਕਿਉਂਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕਹਾਣੀ 'ਚੋਂ ਬਹੁਤ ਹੋਰ ਕਹਾਣੀਆਂ ਪ੍ਰਗਟ ਹੋਣਗੀਆਂ। ਉਹ ਅੱਜ ਦੇ ਸਮੇਂ 'ਚ ਸਾਨੂੰ ਉਹਦੀ ਬਹੁਤ ਲੋੜ ਹੈ। ਸੋ ਇਸ ਕਰਕੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਵੀ ਕਈ ਪ੍ਰੋਗਰਾਮ ਲੜੀਵਾਰ ਕਰਾਂਗੇ ਕਿ ਉਹ ਸ਼ਹੀਦ ਸਿੰਘ
ਕਰਤਾਰ ਸਿੰਘ ਸਰਾਭਾ ਕਿਹੜੀਆਂ ਹਾਲਤਾਂ ਦੀ ਉਪਜ ਸੀ ਤੇ ਉਹਨੇ ਕੀ ਕੀਤਾ ਤੇ ਕਿਉਂ ਕਰ ਸਕਿਆ, ਉਹਦੀ ਮਹੱਤਤਾ ਕੀ ਹੈ, ਸਾਰੀਆਂ ਗੱਲਾਂ ਆਪਾਂ ਲੈ ਕੇ ਆਵਾਂਗੇ। ਸੋ ਇਹ ਤਾਂ ਅਸੀਂ ਕੁਝ ਮੁੱਖ ਵਿਸ਼ੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਬਾਕੀ ਠੀਕ ਹੈ, ਤੁਸੀਂ ਸੁਝਾਅ ਦਿੰਦੇ ਰਹੋ, ਹਰ ਇੱਕ ਨੂੰ ਅੱਡ ਅੱਡ ਜਿਹੜੇ ਵਿਸ਼ੇ ਉਹ ਅਹਿਮ ਲੱਗਦੇ ਹੁੰਦੇ ਨੇ। ਅਸੀਂ ਆਪਣੀ ਇੱਕ ਵਿਉਂਤ ਮੁਤਾਬਕ ਚੱਲ ਰਹੇ ਹਾਂ ਤੇ ਜੇ ਕੋਈ ਸਾਨੂੰ ਚੰਗਾ ਲੱਗਿਆ ਸੁਝਾਅ ਵੀ ਇਹ ਕਬੂਲ ਕਰਨ ਯੋਗ ਆ, ਅਸੀਂ ਕਬੂਲ ਕਰਾਂਗੇ। ਸੋ ਇੰਨੀਆਂ ਕਿ ਜਿਹੜੀਆਂ ਬੇਨਤੀਆਂ ਉਹ ਪ੍ਰਵਾਨ ਕਰਿਓ। ਅਗਲਾ ਵਿਸ਼ਾ ਲੈ ਕੇ ਛੇਤੀ ਫੇਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।